ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੱਲ੍ਹ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 899 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ। ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 900 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾਂ। ਰਾਗ ਰਾਮ ਕਲੀ ਵਿੱਚ ਪੰਜਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ। ਈ ਤਨ ਤੇ ਬੈ ਸੰਤਰ ਭਾਗੈ। ਹੇ ਮਨ ਵੇਖ ਉਸ ਪ੍ਰਭੂ ਦੀਆਂ ਆਸ਼ਚਰਜ ਤਾਕਤਾਂ। ਲੱਕੜੀ ਤੋਂ ਅੱਗ ਪਰੇ ਭਜਦੀ ਹੈ। ਲੱਕੜੀ ਵਿੱਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ। ਮਾਟੀ ਕੋ ਜਲ ਦਹਿ ਦਿਸ ਤਿਆਗੈ। ਸਮੁੰਦਰ ਦਾ ਪਾਣੀ ਧਰਤੀ ਨੂੰ ਹਰ ਪਾਸੇ ਵੱਲੋਂ ਤਿਆਗੀ ਰੱਖਦਾ ਹੈ। ਧਰਤੀ ਸਮੁੰਦਰ ਦੇ ਵਿੱਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ। ਉੱਪਰ ਚਰਨ ਤਲੈ ਆਕਾਸ। ਰੁੱਖ ਦੇ ਪੈਰ ਜੜ੍ਹਾਂ ਉੱਪਰ ਵੱਲ ਹਨ ਤੇ ਸਿਰ ਹੇਠਲੇ ਪਾਸੇ ਹੈ। ਘਟ ਮੈਂ ਸਿੰਧ ਕੀਓ ਪਰਗਾਸ। ਘੜੇ ਵਿੱਚ ਨਿੱਕੇ ਨਿੱਕੇ ਸਰੀਰਾਂ ਵਿੱਚ ਸਮੁੰਦਰ ਪ੍ਰਭੂ ਆਪਣਾ ਆਪ ਪ੍ਰਕਾਸ਼ਦਾ ਹੈ। ਐਸਾ ਸਮਰੱਥ ਹਰਿ ਜੀਓ ਆਪ। ਹੇ ਮਨ, ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ। ਨਿਮਖ ਨਾ ਬਿਸਰੈ ਜੀ ਭਗਤਨ ਕੈ। ਆਠ ਪੈਰ ਮਨ ਤਾਂ ਕੋ ਜਾਪ ਰਹਾਓ। ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਹੀਂ ਵਿਸਰਦਾ। ਹੇ ਮਨ, ਤੂੰ ਵੀ ਉਸ ਨੂੰ ਅੱਠੇ ਪਹਿਰ ਜਪਿਆ ਕਰ ਰਹਾਓ। ਪ੍ਰਥਮੇ ਮਾਖਣ ਪਾਛੈ ਦੂਧ। ਹੇ ਭਾਈ, ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ, ਸ੍ਰਿਸ਼ਟੀ ਦਾ ਤੱਤ ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ ਤੇ ਉਸ ਦਾ ਪਸਾਰਾ ਜਗਤ ਦੁੱਧ ਪਿੱਛੋਂ ਬਣਦਾ ਹੈ। ਜਗਤ ਪਸਾਰੇ ਰੂਪ ਦੁੱਧ ਵਿੱਚ ਤੱਤ ਪ੍ਰਭੂ ਮੱਖਣ ਸਰਬ ਵਿਆਪਕ ਹੈ। ਮੈਲੂ ਕੀਨੋ ਸਾਬੁਨ ਸੂਦ। ਜੀਵਾਂ ਦੀ ਪਾਲਣਾ ਵਾਸਤੇ ਮੈਲ ਨੂੰ, ਮਾਂ ਦੇ ਲਹੂ ਨੂੰ ਸ਼ੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦਿੰਦਾ ਹੈ। ਭੈ ਤੇ ਨਿਰਭਉ ਡਰਤਾ ਫਿਰੈ। ਨਿਰਭਉ ਪ੍ਰਭੂ ਦੀ ਅੰਸ਼ ਜੀਵ ਦੁਨੀਆਂ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ। ਹੋਂਦੀ ਕੋ ਅਣਹੋਂਦੀ ਹਿਰੈ। ਹੋਂਦ ਵਾਲੀ ਜਿੰਦ ਨੂੰ ਅਣਹੋਂਦੀ ਮਾਇਆ, ਜਿਸ ਦੀ ਵੱਖਰੀ ਹਸਤੀ ਕੋਈ ਨਹੀਂ, ਜੀਵ ਨੂੰ ਭਜਾਈ ਫਿਰਦੀ ਹੈ। ਦੇਹੀ ਗੁਪਤ ਬਦੇਹੀ ਦੀਸੈ। ਹੇ ਭਾਈ, ਸਰੀਰ ਦਾ ਮਾਲਕ ਆਤਮਾ ਸਰੀਰ ਵਿੱਚ ਲੁਕਿਆ ਰਹਿੰਦਾ ਹੈ। ਸਿਰਫ ਸਰੀਰ ਦਿਸਦਾ ਹੈ, ਜਿਸ ਦੇ ਸਹਾਰੇ ਸਰੀਰ ਚੱਲਦਾ ਹੈ। ਆਤਮਾ ਪਰਮਾਤਮਾ ਦਾ ਜੋ ਅੰਸ਼ ਹੈ, ਉਹ ਲੁਕਿਆ ਰਹਿੰਦਾ ਹੈ। ਸਗਲੇ ਸਾਜ ਕਰਤ ਜਗਦੀਸੈ। ਸਾਰੇ ਜੀਵਾਂ ਨੂੰ ਪੈਦਾ ਕਰਕੇ ਜਗਤ ਦਾ ਮਾਲਕ ਪ੍ਰਭੂ ਅਨੇਕਾਂ ਕੌਤਕ ਕਰਦਾ ਰਹਿੰਦਾ ਹੈ। ਠਗਣ ਹਾਰ ਅਣ ਠਗਦਾ ਠਾਗੈ। ਠਗਣੀ ਮਾਇਆ ਜੀਵ ਨੂੰ ਸਦਾ ਠਗਦੀ ਰਹਿੰਦੀ ਹੈ, ਕਈ ਰੂਪਾਂ ਵਿੱਚ ਠਗਦੀ ਰਹਿੰਦੀ ਹੈ। ਮਾਇਆ ਦੇ ਬਹੁਤ ਰੂਪ ਹਨ। ਮਾਇਆ ਦਾ ਰੂਪ ਇਕੱਲਾ ਪੈਸਾ ਹੀ ਨਹੀਂ ਹੈ। ਜਿਸ ਚੀਜ਼ ਨੂੰ ਮਿਲਦਿਆਂ ਪਰਮਾਤਮਾ ਭੁੱਲ ਜਾਂਦਾ ਹੈ, ਉਹ ਸਮਝ ਲਓ ਮਾਇਆ ਰੂਪ ਹੀ ਹੈ। ਬਿਨ ਵਖਰ ਫਿਰ ਫੇਰੇ ਉੱਠ ਲਾਗੈ। ਨਾਮ ਦੀ ਪੂੰਜੀ ਤੋਂ ਸਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ। ਸੰਤ ਸਭਾ ਮਿਲ ਕਰੋ ਬਖਿਆਣ। ਹੇ ਭਾਈ, ਸੰਤ ਸਭਾ ਵਿੱਚ ਮਿਲ ਕੇ ਧਰਮ ਸ਼ਾਸਤਰਾਂ ਦੀ ਬੇਸ਼ੱਕ ਵਿਆਖਿਆ ਕਰਕੇ ਵੇਖ ਲਵੋ। ਸਿਮਰਤ ਸਾਸਤ ਵੇਦ ਪੁਰਾਣ। ਭਾਵੇਂ ਸਿਮਰਤੀਆਂ ਸ਼ਾਸਤਰਾਂ ਵੇਦਾਂ ਪੁਰਾਣਾਂ ਦੀ ਵੀ ਵਿਚਾਰ ਕਰ ਲਵੋ, ਇਸ ਠਗਣੀ ਮਾਇਆ ਤੋਂ ਬਚਾਓ ਨਹੀਂ ਹੋ ਸਕਦਾ। ਬ੍ਰਹਮ ਵਿਚਾਰ ਵਿਚਾਰੇ ਕੋਏ। ਜਿਹੜਾ ਕੋਈ ਮਨੁੱਖ
ਸਤ ਸੰਗ ਵਿੱਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ। ਨਾਨਕ ਤਾ ਕੀ ਪਰਮ ਗਤ ਹੋਏ। ਹੇ ਨਾਨਕ ਆਖ, ਉਸੇ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। ਰਾਮ ਕਲੀ ਮਹੱਲਾ ਪੰਜਵਾ। ਜੋ ਤਿਸ ਭਾਵੈ ਸੋ ਥੀਆ। ਹੇ ਭਾਈ, ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ। ਸਦਾ ਸਦਾ ਹਰਿ ਕੀ ਸਰਣਾਈ। ਪ੍ਰਭ ਬਿਨ ਨਾਹੀ ਆਨ ਬਿਆ ਰਹਾਓ। ਇਸ ਵਾਸਤੇ ਸਦਾ ਹੀ ਉਸ ਪ੍ਰਭੂ ਦੀ ਸ਼ਰਨ ਪਿਆ ਰਹੋ। ਪ੍ਰਭੂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦੂਜਾ ਕੁਝ ਕਰਨ ਜੋਗਾ ਨਹੀਂ ਹੈ। ਰਹਾਓ। ਪੁੱਤ ਕਲਤਰ ਲਖਮੀ ਦੀਸੈ। ਇਨ ਮਹਿ ਕਿਛੂ ਨ ਸੰਗ ਲਿਆ। ਹੇ ਭਾਈ, ਪੁੱਤਰ, ਇਸਤਰੀ, ਮਾਇਆ ਇਹ ਜੋ ਕੁਝ ਦਿਸ ਰਿਹਾ ਹੈ, ਇਹਨਾਂ ਵਿੱਚੋਂ ਕੁਝ ਵੀ ਅੰਤ ਵੇਲੇ ਜੀਵ ਆਪਣੇ ਨਾਲ ਨਹੀਂ ਲੈ ਜਾਂਦਾ। ਤੇ ਫਿਰ ਕਿਉਂ ਇਸ ਮਾਇਆ ਪਿੱਛੇ ਲੋਕਾਂ ਨਾਲ ਧੋਖੇ ਕਰਨੇ ਨੇ? ਕਿਉਂ ਜ਼ਮੀਨਾਂ ਜਾਇਦਾਦਾਂ ਪਿੱਛੇ ਗਰੀਬਾਂ ਦਾ ਲਹੂ ਚੂਸਣਾ ਹੈ ਬੰਦਿਆ? ਨਾਲ ਤੇ ਕੁਛ ਜਾਣਾ ਕੋ ਨਹੀਂ। ਵਿਖੇ ਠਗੋਰੀ ਖਾਏ ਭੁਲਾਨਾ। ਮਾਇਆ ਮੰਦਰ ਤਿਆਗ ਗਿਆ। ਵਿਸ਼ੇ ਵਿਕਾਰਾਂ ਦੀ ਠੱਗ ਬੂਟੀ ਖਾ ਕੇ ਜੀਵ ਕੁਰਾਏ ਪਿਆ ਰਹਿੰਦਾ ਹੈ। ਆਖਰ ਇਹ ਮਾਇਆ, ਇਹ ਸੋਹਣਾ ਘਰ, ਇਹ ਜਿਹੜੀਆਂ ਦੋ ਦੋ ਕੋਠੀਆਂ, ਬੰਗਲੇ, ਕਾਰਾਂ, ਜਾਇਦਾਦਾਂ, ਪਲਾਟ ਸਭ ਕੁਝ ਛੱਡ ਕੇ ਤੁਰ ਜਾਂਦਾ ਹੈ। ਨਿੰਦਾ ਕਰ ਕਰ ਬਹੁਤ ਵਿਗੂਤਾ। ਗਰਭ ਜੋਨ ਮੈਂ ਕਿਰਤ ਪਿਆ। ਹੇ ਭਾਈ, ਜੀਵ ਦੂਜਿਆਂ ਦੀ ਨਿੰਦਾ ਕਰ ਕਰਕੇ ਬਹੁਤ ਖੁਆਰ ਹੁੰਦਾ ਰਹਿੰਦਾ ਹੈ ਤੇ ਆਪਣੇ ਇਸ ਕੀਤੇ ਕਰਮ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਪੁਰਬ ਕਮਾਣੇ ਛੋੜੈ ਨਾਹੀ। ਜਮ ਦੂਤ ਗਰਾਸਿਓ ਮਹਾ ਪਿਆ। ਇਹ ਆਮ ਅਸੂਲ ਦੀ ਗੱਲ ਹੈ ਕਿ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ। ਬੋਲੇ ਝੂਠ ਕਮਾਵੇ ਅਬਰਾ। ਤ੍ਰਿਸ਼ਨ ਨਾ ਬੂਝੈ ਬਹੁਤ ਹਯਾ। ਮਾਇਆ ਦੇ ਮੋਹ ਦੀ ਠੱਗ ਬੂਟੀ ਖਾ ਕੇ ਮਾਇਆ ਦੀ ਖਾਤਰ ਜੀਵ ਝੂਠ ਬੋਲਦਾ ਹੈ। ਮੂੰਹੋਂ ਆਖਦਾ ਹੋਰ ਹੈ ਤੇ ਕਮਾਉਂਦਾ ਕੁਝ ਹੋਰ ਹੈ। ਇਸ ਲਈ ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁਝਦੀ ਨਹੀਂ। ਮਾਇਆ ਦੀ ਹਾਏ ਹਾਏ ਸਦਾ ਇਸ ਨੂੰ ਲੱਗੀ ਰਹਿੰਦੀ ਹੈ। ਅਸਾਧ ਰੋਗ ਉਪਜਿਆ ਸੰਤ ਦੁਖਨ। ਦੇਹ ਬਿਨਾਸੀ ਮਹਾ ਖਿਆ। ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ ਮਾਇਆ ਦੀ ਤ੍ਰਿਸ਼ਨਾ ਦਾ ਇਲਾਜ ਰੋਗ ਜੀਵ ਦੇ ਅੰਦਰ ਪੈਦਾ ਹੋ ਜਾਂਦਾ ਹੈ। ਇਸ ਵੱਡੇ ਖਈ ਰੋਗ ਦੇ ਵਿੱਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ। ਜਿਨਹਿ ਨਿਵਾਜੇ ਤੇ ਨਹੀਂ ਸਾਜੇ। ਆਪੇ ਕੀਨੇ ਸੰਤ ਜਿਆ। ਪਰ ਹੇ ਭਾਈ, ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ। ਪ੍ਰਭੂ ਪਰਮਾਤਮਾ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ। ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ ਸਤਿਕਾਰ ਦਿੱਤਾ ਹੋਇਆ ਹੈ। ਨਾਨਕ ਦਾਸ ਕੰਠ ਲਾਏ ਰਾਖੇ। ਕਰ ਕਿਰਪਾ ਪਾਰ ਬ੍ਰਹਮ ਮਿਆ। ਹੇ ਨਾਨਕ, ਪਰਮਾਤਮਾ ਮਿਹਰ ਕਰਕੇ ਦਇਆ ਕਰਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ। ਰਾਮ ਕਲੀ ਮਹੱਲਾ ਪੰਜਵਾ। ਐਸਾ ਪੂਰਾ ਗੁਰ ਦਿਓ ਸਹਾਈ। ਹੇ ਭਾਈ, ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ ਜਾ ਕਾ ਸਿਮਰਨ ਬਿਰਥਾ ਨਾ ਜਾਈ। ਰਹਾਓ ਕਿ ਉਸ ਦਾ ਦਿੱਤਾ ਹੋਇਆ ਹਰ ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ। ਗੁਰੂ ਦੇ ਸਨਮੁਖ ਹੋ ਕੇ ਗੁਰੂਆਂ ਦੇ ਪੈਰੀਂ ਪੈ ਕੇ ਉਪਦੇਸ਼ ਲੈ ਲੈਣਾ ਚਾਹੀਦਾ ਹੈ ਤੇ ਫਿਰ ਉਹ ਵਿਅਰਥ ਨਹੀਂ ਜਾਂਦਾ। ਰਹਾਓ ਦਰਸ਼ਨ ਪੇਖਤ ਹੋਏ ਨਿਹਾਲ। ਹੇ ਭਾਈ, ਗੁਰੂ ਦਾ ਦਰਸ਼ਨ ਕਰਦਿਆਂ
ਮਨੁੱਖ ਮਨੋ ਤਨੋ ਖਿੜ ਜਾਂਦਾ ਹੈ। ਜਾ ਕੀ ਧੂੜ ਕਾਟੈ ਜਮ ਕਾਲ, ਉਸ ਗੁਰੂ ਦੀ ਚਰਨ ਧੂੜ ਜਮ ਦੀ ਫਾਹੀ ਕੱਟ ਦਿੰਦੀ ਹੈ। ਚਰਨ ਕਮਲ ਬਸੇ ਮੇਰੇ ਮਨ ਕੇ, ਹੇ ਭਾਈ ਪਿਆਰੇ ਗੁਰੂ ਦੇ ਸੋਹਣੇ ਚਰਨ ਜਿਸ ਮਨੁੱਖ ਦੇ ਹਿਰਦੇ ਵਿੱਚ ਆ ਵਸਦੇ ਹਨ, ਕਾਰਜ ਸਵਾਰੇ ਸਗਲੇ ਤਨ ਕੇ, ਉਸ ਦੇ ਮਨ ਦੇ ਉਸ ਦੇ ਸਰੀਰ ਦੇ ਸਾਰੇ ਕੰਮ ਗੁਰੂ ਸੰਵਾਰ ਦਿੰਦਾ ਹੈ। ਗੁਰੂ ਦੀ ਸਿੱਖਿਆ ਦੇ ਤੁਰ ਕੇ ਇਨਸਾਨ ਗੁਰੂ ਵਾਲਾ ਹੋ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਅਤੇ ਫਿਰ ਸਾਰੇ ਕਾਰਜ ਰਾਸ ਆ ਜਾਂਦੇ ਹਨ। ਜਾ ਕੈ ਮਸਤਕ ਰਾਖੈ ਹਾਥ, ਹੇ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਆਪਣਾ ਹੱਥ ਰੱਖਦਾ ਹੈ, ਪ੍ਰਭ ਮੇਰੋ ਅਨਾਥ ਕੋ ਨਾਥ, ਉਸ ਨੂੰ ਮੇਰਾ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ, ਨਿਧਰਿਆਂ ਦੀ ਧਿਰ ਹੈ, ਨਿਪੱਤਿਆਂ ਦੀ ਪੱਤ ਹੈ ਅਤੇ ਨਿਗੱਤਿਆਂ ਦੀ ਗਤ ਹੈ। ਉਹ ਪਰਮਾਤਮਾ ਫਿਰ ਉਸ ਨੂੰ ਮਿਲ ਪੈਂਦਾ ਹੈ ਜਦੋਂ ਗੁਰੂ ਜਿਸ ਇਨਸਾਨ ਦੇ ਮੱਥੇ ਉੱਤੇ ਹੱਥ ਰੱਖਦਾ ਹੈ। ਪਤਿਤ ਉਦਾਹਰਣ ਕਿਰਪਾ ਨਿਧਾਨ, ਹੇ ਭਾਈ ਗੁਰੂ ਵਿਕਾਰਾਂ ਵਿੱਚ ਡਿੱਗੇ ਹੋਇਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਗੁਰੂ ਕਿਰਪਾ ਦਾ ਖਜ਼ਾਨਾ ਹੈ, ਗੁਰੂ ਰਹਿਮਤਾਂ ਭਰਿਆ ਹੈ। ਸਦਾ ਸਦਾ ਜਾਈਐ ਕੁਰਬਾਨ, ਤਾਂ ਤੇ ਹੇ ਭਾਈ ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ। ਗੁਰੂ ਦੇ ਅੱਗੇ ਹਮੇਸ਼ਾ ਸਿਰ ਨਿਵਾਉਣਾ ਚਾਹੀਦਾ ਹੈ। ਨਿਰਮਲ ਮੰਤ ਦੇ ਜਿਸ ਦਾਨ, ਹੇ ਭਾਈ ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖਸ਼ਦਾ ਹੈ, ਤਜਹਿ ਵਿਕਾਰ ਬਿਨਸੈ ਅਭਿਮਾਨ, ਸਾਰੇ ਵਿਕਾਰ ਉਸ ਨੂੰ ਛੱਡ ਦਿੰਦੇ ਹਨ, ਉਸ ਦਾ ਹੰਕਾਰ ਦੂਰ ਹੋ ਜਾਂਦਾ ਹੈ। ਏਕ ਧਿਆਈਐ ਸਾਧ ਕੈ ਸੰਗ, ਹੇ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਹੀ ਧਰਨਾ ਚਾਹੀਦਾ ਹੈ। ਪਾਪ ਬਿਨਾਸੇ ਨਾਮ ਕੈ ਰੰਗ, ਗੁਰੂ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਿਹਾ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਗੁਰ ਪਰਮੇਸ਼ਰ ਸਗਲ ਨਿਵਾਸ, ਹੇ ਭਾਈ ਗੁਰੂ ਪਰਮਾਤਮਾ ਸਭ ਜੀਵਾਂ ਵਿੱਚ ਵਸਦਾ ਹੈ। ਘਟ ਘਟ ਰਵ ਰਹਿਆ ਗੁਣ ਤਾਸ, ਸਾਰੇ ਗੁਣਾਂ ਦਾ ਖਜ਼ਾਨਾ, ਸਾਰੀਆਂ ਰਹਿਮਤਾਂ ਦਾ ਮਾਲਕ ਹਰੇਕ ਹਿਰਦੇ ਵਿੱਚ ਮੌਜੂਦ ਹੈ। ਦਰਸ ਦੇਹ ਧਾਰੋ ਪ੍ਰਭ ਆਸ, ਹੇ ਪ੍ਰਭੂ ਪਰਮਾਤਮਾ ਮੈਨੂੰ ਆਪਣਾ ਦਰਸ਼ਨ ਦੇ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ। ਨਿਤ ਨਾਨਕ ਚਿਤਵੈ ਸੱਚ ਅਰਦਾਸ, ਮੇਰੀ ਇਹੀ ਅਰਦਾਸ ਹੈ ਕਿ ਤੇਰਾ ਸੇਵਕ ਨਾਨਕ ਸਦਾ ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ। ਦਰਸ ਦੇਹ ਧਾਰੋ ਪ੍ਰਭ ਆਸ, ਨਿਤ ਨਾਨਕ ਚਿਤਵੈ ਸੱਚ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 900 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ। ਕੱਲ੍ਹ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 901 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।